ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਮਨੁੱਖ ਦੇ ਅੰਦਰ ਜਿਹੜੀ ਕਾਮ ਦੀ ਸ਼ਕਤੀ ਪਰਮੇਸ਼ਰ ਨੇ ਉਤਪੰਨ ਕੀਤੀ ਆ, ਇਸ ਕਾਮ ਦੀ ਸ਼ਕਤੀ ਦੀ ਤਾਕਤ ਦੇ ਅੱਗੇ ਵੱਡੇ ਵੱਡੇ ਜਿਹੜੇ ਪਹਿਲਵਾਨ ਸੀ ਉਹ ਵੀ ਗੋਡੇ ਟੇਕ ਗਏ। ਐਸੀ ਪ੍ਰਬਲ ਸ਼ਕਤੀ ਹੈਗੀ ਆ, ਇੱਥੋਂ ਤੱਕ ਕਿ ਰੱਬ ਦੇ ਰਾਹ ਦੇ ਵਿੱਚ ਕੋਸ਼ਿਸ਼ ਕਰਨ ਵਾਲੇ ਰਿਸ਼ੀ ਮੁਨੀ ਵੀ ਇਸ ਦੀ ਸ਼ਕਤੀ ਤੋਂ ਬਚ ਨਹੀਂ ਸਕੇ, ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ। ਇੱਥੋਂ ਤੱਕ ਕਿ ਕਈਆਂ ਨੇ ਇਸ ਸ਼ਕਤੀ ਨੂੰ ਜਿੱਤਣ ਲਈ ਆਪਣੀਆਂ ਇੰਦਰੀਆਂ ਵੀ ਕੱਟੀਆਂ, ਪਰ ਇਹ ਸ਼ਕਤੀ ਜਿਹੜੀ ਆ ਉਹਨਾਂ ਦੇ ਉੱਤੇ ਉਸੇ ਤਰ੍ਹਾਂ ਭਾਰੀ ਰਹੀ ਜਿਸ ਤਰ੍ਹਾਂ ਪਹਿਲਾਂ ਸੀ। ਸੋ ਇਸ ਸ਼ਕਤੀ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈਗਾ, ਇਸ ਦੀ ਇੱਕ ਤਿਲਕੂ ਜਿਹੜੀ ਵਿਚਾਰ ਹੈ ਦਾਸ ਜਨੀਕ ਪਰਸਨ ਦੇ ਤਹਿਤ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇਹ ਜਿਹੜੀ ਸ਼ਕਤੀ ਪਰਮੇਸ਼ਰ ਨੇ ਦਿੱਤੀ ਆ, ਇਹ ਸ਼ਕਤੀ ਇਸ ਕਰਕੇ ਇਸ ਇੱਕ ਨੰਬਰ 'ਤੇ ਰੱਖੀ ਗਈ ਤਾਂ ਕਿ ਇਹਦੀ ਸ਼ਕਤੀ ਦਾ ਜਿਹੜਾ ਹੈ ਨਾ ਸਹੀ ਜੋ ਉਪਯੋਗ ਹੈ ਉਹ ਮਨੁੱਖ ਨੂੰ ਪਤਾ ਲੱਗੇ ਕਿ ਇਹ ਸ਼ਕਤੀ ਏਡੀ ਪ੍ਰਬਲ ਹੈ, ਇਹ ਸ਼ਕਤੀ ਤੋਂ ਅਸੀਂ ਕੀ ਕੰਮ ਲੈ ਸਕਦੇ ਹਾਂ। ਦੇਖੋ, ਜਿਹੜੇ ਪਹਿਲਵਾਨ ਜਾਂ ਸੂਰਮੇ ਹੋਏ ਆ ਉਹਨਾਂ ਨੇ ਇਸ ਸ਼ਕਤੀ ਦੀ ਸੰਭਾਲ ਕੀਤੀ ਆ, ਇਸ ਸ਼ਕਤੀ ਤੋਂ ਸੂਰਮਗਤੀ ਕੰਮ ਲਏ ਆ। ਔਰ ਇਸੇ ਤਰ੍ਹਾਂ ਜਿਹੜੇ ਜਤੀ ਸਤੀ ਸੰਨਿਆਸੀ ਹੋਏ ਆ ਉਹਨਾਂ ਨੇ ਵੀ ਇਸ ਸ਼ਕਤੀ ਦੀ ਸੰਭਾਲ ਕੀਤੀ। ਜਿੰਨੀ ਕੋਈ ਇਸ ਸ਼ਕਤੀ ਦੀ ਸੰਭਾਲ ਕਰ ਸਕਿਆ ਉਨੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਸਕਿਆ। ਚਾਹੇ ਉਹ ਤਰੱਕੀ ਉਹਨਾਂ ਦੇ ਕਿਸੇ ਵੀ ਖੇਤਰ 'ਚ, ਚਾਹੇ ਯੁੱਧ ਕਲਾ 'ਚ ਸੀਗੀ, ਚਾਹੇ ਕੋਮਲ ਕਲਾ ਦੇ ਵਿੱਚ ਸੀਗੀ, ਚਾਹੇ ਕਿਸੇ ਵੀ ਕਲਾ ਵਿੱਚ ਸੀਗੀ। ਸੋ ਇਹ ਜਿਹੜੀ ਸ਼ਕਤੀ ਹੈ ਹਰੇਕ ਆਦਮੀ ਸਾਂਭਣਾ ਚਾਹੁੰਦਾ ਹੈਗਾ, ਪਰ ਅਸਲ ਦੇ ਵਿੱਚ ਕੀ ਆ ਕਿ ਇਹ ਸ਼ਕਤੀ ਦਾ ਜਿਹੜਾ ਨਾ ਵੇਗ ਆ ਜਦ ਕਈ ਵਾਰੀ ਇੰਨਾ ਪ੍ਰਬਲ ਹੋ ਜਾਂਦਾ ਹੈ, ਮਨੁੱਖ ਕੋਸ਼ਿਸ਼ ਕਰਦਾ ਹੋਇਆ ਵੀ ਇਸ ਸ਼ਕਤੀ ਦੇ ਵਹਾਅ ਦੇ ਵਿੱਚ ਚਲਿਆ ਜਾਂਦਾ ਹੈਗਾ। ਇਸ ਕਰਕੇ ਇਹ ਸ਼ਕਤੀ ਬਿਨਾਂ ਪਰਮੇਸ਼ਰ ਦੀ ਕਿਰਪਾ ਤੋਂ ਕਦੀ ਸਰ ਨਹੀਂ ਹੁੰਦੀ ਹੈ। ਇਸੇ ਕਰਕੇ ਗੁਰਬਾਣੀ 'ਚ ਆਖਿਆ ਹੈ ਕਿ ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਕਰਦੇ। ਬਿਨਾਂ ਉਸ ਪਰਮਾਤਮਾ ਦੀ ਸ਼ਰਨ ਤੋਂ, ਬਿਨਾਂ ਵਾਹਿਗੁਰੂ ਦੀ ਮਦਦ ਤੋਂ ਇਹ ਸ਼ਕਤੀ ਕਦੀ ਜਿੱਤੀ ਨਹੀਂ ਜਾ ਸਕਦੀ। ਇਸ ਕਰਕੇ ਜਿਹੜੇ ਗੁਰਮੁਖ ਮਾਰਗ ਦੇ ਪਾਂਦੀ ਆ ਪਰਮੇਸ਼ਰ ਦੀ ਸ਼ਰਨ 'ਚ ਆਉਂਦੇ ਆ, ਸ਼ਰਨ 'ਚ ਆਉਣ ਤੋਂ ਬਾਅਦ ਫਿਰ ਉਹਨਾਂ ਨੂੰ ਇਹ ਵਿਵੇਕ ਬੁੱਧ ਮਿਲਦੀ ਆ ਕਿ ਇਹ ਸ਼ਕਤੀ ਦਾ ਪੈਦਾ ਹੋਣ ਦਾ ਕਾਰਨ ਪਹਿਲਾਂ ਕੀ ਹੈਗਾ। ਅਗਰ ਇਹ ਪੈਦਾ ਹੁੰਦੀ ਆ ਤੇ ਇਸ ਸ਼ਕਤੀ ਦਾ ਜਾਇਜ਼ ਤੇ ਨਜਾਇਜ਼, ਇਹਦੇ ਕੀ ਲਾਭ ਤੇ ਕੀ ਹਾਨੀਆਂ ਹੋ ਸਕਦੀਆਂ ਹੈ, ਉਹ ਸਾਰਾ ਕੁਝ ਜਿਹੜਾ ਨਾ ਵਿਵੇਕ ਬੁੱਧ ਦੇ ਵਿੱਚ ਤੁਹਾਨੂੰ ਖਿਆਲ ਦੀ ਸ਼ਕਲ ਦੇ ਵਿੱਚ ਮਿਲਣ ਲੱਗ ਪੈਂਦਾ। ਵਾਹਿਗੁਰੂ ਇਸ ਤਰ੍ਹਾਂ ਮਦਦ ਕਰਨ ਲੱਗ ਪੈਂਦਾ ਹੈਗਾ। ਔਰ ਹੌਲੀ ਹੌਲੀ ਇੱਥੋਂ ਤੋਂ ਪਤਾ ਲੱਗ ਜਾਂਦਾ ਕਿ ਇੱਕ ਆ ਨਾਰੀ ਜਤੀ। ਇਸ ਕਰਕੇ ਸਿੱਖ ਧਰਮ ਦੇ ਵਿੱਚ ਜਿਹੜਾ ਗ੍ਰਹਿਸਥ ਆਸ਼ਰਮ ਹੈ ਇਸ ਨੂੰ ਪ੍ਰਧਾਨਤਾ ਜਿਹੜੀ ਆ ਉਹ ਦਿੱਤੀ ਗਈ ਹੈ। ਸੋ ਇਹ ਜਿਹੜੀ ਸ਼ਕਤੀ ਹੈਗੀ ਆ, ਇਸ ਸ਼ਕਤੀ ਨੂੰ ਅਗਰ ਕਿਸੇ ਨੇ ਸਰ ਕੀਤਾ ਹੈਗਾ, ਉਹ ਕੇਵਲ ਤੇ ਕੇਵਲ ਸਾਧੂਆਂ ਦੀ ਸੰਗਤ ਦੇ ਨਾਲ, ਸਾਧੂਆਂ ਦੇ ਸੰਗ ਦੇ ਨਾਲ ਉਹਨਾਂ ਨੂੰ ਇਹ ਸ਼ਕਤੀ ਸਰ ਕਰਨ ਦੀ ਸਰਲ ਵਿਧੀ ਦਾ ਪਤਾ ਲੱਗ ਜਾਂਦਾ ਹੈਗਾ। ਦੇਖੋ, ਜਿਵੇਂ ਗੀਤਾ ਪ੍ਰੈਸ ਦੇ ਸੰਪਾਦਕ ਭਾਈ ਸਾਹਿਬ ਜੀ ਹੋਏ ਆ, ਭਾਈ ਸਾਹਿਬ ਜੀ ਦਾ ਸਤਿਕਾਰ ਜਿਹੜਾ ਸੀਗਾ ਉਹ ਸਾਰੇ ਸੱਜਣਾਂ 'ਚ ਬੜਾ ਸੀਗਾ, ਕਿਉਂਕਿ ਬੜੀ ਪਹੁੰਚੀ ਹੋਈ ਰੂਹ ਸੀਗੀ। ਇੱਕ ਵਾਰ ਦੱਸਦੇ ਆ ਕਿ ਇੱਕ ਕੋਈ ਡਾਕਟਰ ਜਿਹੜਾ ਸੀਗਾ ਉਹਨਾਂ ਸਮਿਆਂ ਦੇ ਵਿੱਚ ਕਿਸੇ ਹੌਸਪੀਟਲ 'ਚ ਨਵਾਂ ਜਿਹੜਾ ਉਹ ਆਪਣੀ ਪ੍ਰੈਕਟਿਸ ਦੇ ਵਾਸਤੇ ਆਇਆ। ਉਹ ਡਾਕਟਰ ਜਿਹੜਾ ਸੀ ਨਾ ਬੜਾ ਯੰਗ ਸੀਗਾ, ਪਰ ਉਸ ਟਾਈਮ ਉਹ ਪ੍ਰੈਕਟਿਸ ਤਾਂ ਡਾਕਟਰੀ ਦੀ ਕਰ ਰਿਹਾ ਸੀਗਾ, ਪਰ ਉਹ ਡਾਕਟਰ ਜਿਹੜਾ ਖੁਦ ਦੱਸਦਾ ਸੀਗਾ ਕਿ ਡਾਕਟਰੀ ਦੀ ਪ੍ਰੈਕਟਿਸ ਕਰਦਿਆਂ ਹੋਇਆਂ ਵੀ ਜਿਹੜੀ ਕਾਮ ਦੀ ਸ਼ਕਤੀ ਸੀ ਉਹ ਉਸ ਦੀ ਜਲਣ ਉਹਨੂੰ ਅੰਦਰੋਂ ਹੁੰਦੀ ਰਹਿੰਦੀ ਸੀ। ਔਰ ਖ਼ਾਸ ਕਰਕੇ ਜਦੋਂ ਉਹ ਮਰੀਜ਼ਾਂ ਨੂੰ ਚੈੱਕ ਕਰਦਾ ਸੀ, ਜਿਹਦੇ ਵਿੱਚ ਜਦੋਂ ਲੇਡੀ ਮਰੀਜ਼ ਚੈੱਕ ਕਰਦਾ ਹੁੰਦਾ ਸੀ ਤਾਂ ਉਸ ਟਾਈਮ ਇਹ ਕਾਮ ਦੀ ਸ਼ਕਤੀ ਉਹਨਾਂ ਦੇ ਅੰਦਰ ਪ੍ਰਬਲ ਹੋ ਜਾਂਦੀ ਸੀ, ਅਤੇ ਜਿਹਦੇ ਵਿੱਚ ਉਹ ਡਾਕਟਰ ਜਿਹੜਾ ਸੀ ਉਹ ਮਨ ਹੀ ਮਨ ਬੜਾ ਸ਼ਰਮਸਾਰ ਹੁੰਦਾ ਸੀਗਾ। ਉਹ ਡਾਕਟਰ ਸਾਹਿਬ ਦੱਸਦੇ ਆ ਕਿ ਉਹਨਾਂ ਨੇ ਇਸ ਸ਼ਕਤੀ ਦੇ ਉੱਤੇ ਕਾਬੂ ਕਰਨ ਵਾਸਤੇ ਕਈਆਂ ਦਵਾਈਆਂ ਦੀ ਵੀ ਮਦਦ ਲਈ ਕਿ ਇਹ ਸ਼ਕਤੀ ਉਹਨੂੰ ਸਤਾਵੇ ਨਾ, ਉਹਦੇ 'ਤੇ ਕਿਸੇ ਤਰ੍ਹਾਂ ਦਾ ਜ਼ੋਰ ਨਾ ਪਾਵੇ। ਪਰ ਫਿਰ ਵੀ ਇਹ ਸ਼ਕਤੀ ਜਿਹੜੀ ਆ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡਾਕਟਰ ਸਾਹਿਬ ਨੂੰ ਜਿਹੜਾ ਸੀ ਉਹ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ। ਇਸ ਕਰਕੇ ਡਾਕਟਰ ਸਾਹਿਬ ਨੇ ਸੋਚਿਆ ਕਿ ਕਿਉਂ ਨਾ ਹੋਵੇ ਕੋਈ ਐਸੇ ਸੰਤਾਂ ਦੀ ਸਹਾਇਤਾ ਲਈ ਜਾਵੇ ਜਿਹਦੇ ਨਾਲ ਇਹ ਜਿਹੜੀ ਸ਼ਕਤੀ ਆ ਇਹ ਸ਼ਾਂਤ ਹੋ ਸਕੇ। ਇਸ ਕਰਕੇ ਡਾਕਟਰ ਸਿਆਣੇ ਸੀਗੇ ਅਤੇ ਗੀਤਾ ਪ੍ਰੈਸ ਦੇ ਭਾਈ ਸਾਹਿਬ ਹੁਣਾਂ ਦੇ ਇੱਕ ਸੰਗੀ ਸਾਥੀ ਸੀ। ਇਹ ਜਿਹੜੇ ਸੰਗੀ ਸਾਥੀ ਸੀ ਇਹਨਾਂ ਨਾਲ ਜਿਹੜਾ ਸੀਗਾ ਬੜਾ ਪਿਆਰ ਸੀਗਾ। ਸੋ ਜਿਹੜੇ ਡਾਕਟਰ ਸਾਹਿਬ ਸੀਗੇ
ਉਹ ਚਾਹੇ ਬਿਲਕੁਲ ਜੰਗ ਅਵਸਥਾ ਵਿੱਚ ਸੀਗੇ, ਪਰ ਉਹਨਾਂ ਦੀ ਜਿਹੜੀ ਪ੍ਰੈਕਟਿਸ ਸੀ ਜਾਂ ਬੋਲਣ ਦਾ ਤਰੀਕਾ ਸੀਗਾ, ਮਰੀਜ਼ਾਂ ਨੂੰ ਦਵਾਈ ਦੇਣ ਦਾ ਉਹ ਜਿਹੜਾ ਵਰਤੀਰਾ ਸੀਗਾ ਬਹੁਤ ਵਧੀਆ ਸੀਗਾ। ਅਤੇ ਇਸ ਕਰਕੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਉਹ ਡਾਕਟਰ ਦੀ ਪ੍ਰਸਿੱਧੀ ਬਹੁਤ ਦਿਨਾਂ 'ਚ ਹੋ ਗਈ ਸੀ ਕਿ ਡਾਕਟਰ ਜਿਹੜੇ ਡਾਕਟਰੀ ਦੇ ਲਾਇਕ ਆ, ਬਹੁਤ ਵਧੀਆ ਹੈ, ਵਧੀਆ ਤਰੀਕੇ ਨਾਲ ਚੈੱਕ ਕਰਦੇ ਆ, ਦਵਾਈ ਦਿੰਦੇ ਆ, ਅਤੇ ਉਹਨਾਂ ਦੀ ਦਿੱਤੀ ਦਵਾਈ ਵੀ ਕਾਰਗਰ ਸਿੱਧ ਹੁੰਦੀ ਆ। ਇਸ ਕਰਕੇ ਲੋਕਾਂ ਦੀ ਭੀੜ ਜ਼ਿਆਦਾ ਆਉਣ ਲੱਗ ਪਈ। ਪਰ ਉਹ ਡਾਕਟਰ ਸਾਹਿਬ ਖੁਦ ਦੱਸਦੇ ਸੀਗੇ ਕਿ ਇੰਨੀ ਭੀੜ ਹੋਣ ਦੇ ਬਾਵਜੂਦ ਵੀ ਜਦੋਂ ਮੈਂ ਲੇਡੀਜ਼ ਕੋਈ ਵੀ ਜਿਹੜੀ ਰੋਗਣ ਸੀਗੀ, ਜਦ ਮੈਂ ਉਹਨੂੰ ਕਹਿੰਦੇ ਚੈੱਕ ਕਰਦਾ ਸੀਗਾ, ਅਤੇ ਉਸ ਟਾਈਮ ਇਹ ਸ਼ਕਤੀ ਜਿਹੜੀ ਸੀ ਮੈਨੂੰ ਪਰੇਸ਼ਾਨ ਕਰਨ ਲੱਗ ਪੈਂਦੀ ਸੀ। ਫਿਰ ਕਹਿੰਦੇ ਵੀ ਇਹ ਜਿਹੜੀ ਸੀ ਮੇਰੇ ਵਾਸਤੇ ਹੈ ਨਾ ਬੜੀ ਦੁਚਿੱਤੀ ਜਿਹੀ ਜਿਹੜੀ ਸਥਿਤੀ ਬਣ ਗਈ। ਫਿਰ ਕਹਿੰਦੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਹੈ ਨਾ ਭਾਈ ਸਾਹਿਬ ਦੇ ਜਿਹੜੇ ਸੰਗੀ ਸਾਥੀ ਸੀ ਉਹਨਾਂ ਦੇ ਪਾਸ ਗਿਆ, ਤਾਂ ਬਿਨਾਂ ਸੰਕੋਚ ਕਹਿੰਦੇ ਵੀ ਮੈਂ ਉਹਨਾਂ ਦੇ ਨਾਲ ਇਹ ਸਾਰੀ ਗੱਲ ਕੀਤੀ। ਜਦ ਕਹਿੰਦੇ ਇਹ ਸਾਰੀ ਗੱਲਬਾਤ ਕੀਤੀ, ਇਹ ਸ਼ਕਤੀ ਮੈਨੂੰ ਕਿਵੇਂ ਪਰੇਸ਼ਾਨ ਕਰ ਰਹੀ ਆ, ਅਤੇ ਕਹਿੰਦੇ ਵੀ ਭਾਈ ਸਾਹਿਬ ਦੇ ਸੰਗੀ ਸਾਥੀ ਜਿਹੜੇ ਸੀ ਕਹਿੰਦੇ ਬੜੀ ਗੱਲ ਉਹਨਾਂ ਨੇ ਬੜੀ ਧਿਆਨ ਨਾਲ ਸੁਣੀ। ਸੁਣ ਕੇ ਮੈਨੂੰ ਕਹਿਣ ਲੱਗੇ ਵੀ ਭਾਈ ਤੈਨੂੰ ਇਸ ਸ਼ਕਤੀ ਨੂੰ ਕੰਟਰੋਲ ਕਰਨ ਵਾਸਤੇ ਭਾਈ ਸਾਹਿਬ ਹੁਣਾਂ ਦੇ ਪਾਸ ਜਾਣਾ ਪਊਗਾ, ਹੋਰ ਕੋਈ ਚਾਰਾ ਨਹੀਂ। ਅਤੇ ਕਹਿੰਦੇ ਫਿਰ ਮੈਨੂੰ ਪੁੱਛਿਆ ਸੀਗਾ ਵੀ ਕਦ ਭਾਈ ਸਾਹਿਬ ਮੈਨੂੰ ਕਹਿੰਦੇ ਤੁਸੀਂ ਕੱਲ੍ਹ ਜਾਇਓ, ਅਤੇ ਕੱਲ੍ਹ ਹੈ ਨਾ ਭਾਈ ਸਾਹਿਬ ਹੁਣਾਂ ਦੇ ਪਾਸ ਜਾਇਓ, ਉਹਨਾਂ ਨਾਲ ਨਿਰਸੰਕੋਚ ਇਸ ਸ਼ਕਤੀ ਬਾਰੇ ਗੱਲ ਕਰਿਓ। ਅਤੇ ਫਿਰ ਡਾਕਟਰ ਸਾਹਿਬ ਦੱਸਦੇ ਕਿ ਅਗਲੇ ਦਿਨ ਮੈਂ ਡਰਦਾ ਭਾਈ ਸਾਹਿਬ ਹੁਣਾਂ ਦੇ ਗੀਤਾ ਪ੍ਰੈਸ ਜਿੱਥੇ ਭਾਈ ਸਾਹਿਬ ਹੁਣੀ ਦਫ਼ਤਰ 'ਚ ਬਹਿੰਦੇ ਸੀਗੇ ਕਿ ਸੰਪਾਦਕ ਵਾਲੇ 'ਚ, ਕਹਿੰਦੇ ਮੈਂ ਉੱਥੇ ਪਹੁੰਚ ਗਿਆ। ਜਦ ਉੱਥੇ ਪਹੁੰਚ ਕੇ ਕਹਿੰਦੇ ਕਿ ਮੈਂ ਭਾਈ ਸਾਹਿਬ ਨੂੰ ਬੜੇ ਪ੍ਰੇਮ ਨਾਲ ਨਮਸਕਾਰ ਕੀਤੀ, ਪੈਰੀਂ ਹੱਥ ਲਾਇਆ, ਅਤੇ ਕਹਿੰਦੇ ਭਾਈ ਸਾਹਿਬ ਨੇ ਬੈਠਣ ਦਾ ਇਸ਼ਾਰਾ ਕੀਤਾ, ਮੈਂ ਬੈਠ ਗਿਆ। ਉਸ ਤੋਂ ਬਾਅਦ ਕਹਿੰਦੇ ਭਾਈ ਸਾਹਿਬ ਨੇ ਕਾਰਨ ਪੁੱਛਿਆ ਵੀ ਹਾਂ ਤੁਸੀਂ ਕਿੱਦਾਂ ਸਵੇਰੇ ਦਰਸ਼ਨ ਦਿੱਤੇ। ਕਹਿੰਦੇ ਮੈਂ ਡਰਦੇ ਨੇ ਗੱਲ ਚਲਾਤੀ ਵੀ ਅਸਲ ਦੇ ਵਿੱਚ ਜਿਹੜੀ ਆ ਮੇਰੀ ਜ਼ਿੰਦਗੀ ਦੇ ਵਿੱਚ ਆ ਜਿਹੜੀ ਆ ਕਾਮ ਦੀ ਸ਼ਕਤੀ ਮੈਨੂੰ ਬੜਾ ਪਰੇਸ਼ਾਨ ਕਰਦੀ ਆ, ਔਰ ਖ਼ਾਸ ਕਰਕੇ ਜਦੋਂ ਮੈਂ ਲੇਡੀਜ਼ ਮਰੀਜ਼ ਚੈੱਕ ਕਰਦਾ ਉਸ ਟਾਈਮ ਮੇਰੀ ਹਾਲਤ ਜਿਹੜੀ ਹਨ ਬੜੀ ਪੇਚੀਦਾ ਹੋ ਜਾਂਦੀ ਹੈ। ਜਦੋਂ ਕਹਿੰਦੇ ਮੈਂ ਬਿਨਾਂ ਸੰਕੋਚ ਤੋਂ ਸਾਰੀ ਗੱਲਬਾਤ ਖੋਲ੍ਹੀ, ਪਹਿਲਾਂ ਤਾਂ ਕਹਿੰਦੇ ਭਾਈ ਸਾਹਿਬ ਸੁਣਦੇ ਰਹੇ। ਜਦੋਂ ਗੱਲਬਾਤ ਖਤਮ ਹੋਈ ਤਾਂ ਕਹਿੰਦੇ ਭਾਈ ਸਾਹਿਬ ਜਿਹੜੇ ਸੀਗੇ ਉਹ ਉਸੇ ਟਾਈਮ ਤਮੋਗੁਰੀ ਵਰਤੀ ਜਾ ਕੇ ਮੈਨੂੰ ਕਹਿਣ ਲੱਗੇ ਦੇਖ ਬਈ ਮੈਂ ਤਾਂ ਤੇਰੇ 'ਤੇ ਬੜੀਆਂ ਆਸਾਂ ਲਾਈਆਂ ਸੀਗੀਆਂ, ਤੇਰੀ ਤਾਂ ਪ੍ਰਸਿੱਧੀ ਬੜੀ ਸੀ, ਤੇਰੀ ਡਾਕਟਰੀ ਦੀ ਦਵਾਈ ਵੀ ਬੜੀ ਕਾਰਗਰ ਵਾ, ਆਲੇ ਦੁਆਲੇ ਪਿੰਡਾਂ ਦੇ ਵਿੱਚ ਸਾਰੇ ਜਿਹੜੇ ਲੋਕੀ ਆ ਤੇਰੀ ਇਸ ਡਾਕਟਰੀ ਵਿੱਦਿਆ ਤੋਂ ਬੜੇ ਪ੍ਰਭਾਵਿਤ ਆ, ਪਰ ਤੇਰੇ ਅੰਦਰ ਐਡੀ ਵੱਡੀ ਕਮਜ਼ੋਰੀ ਹੈਗੀ ਆ, ਅਤੇ ਲੋਕਾਂ ਦੀਆਂ ਜਿਹੜੀਆਂ ਧੀਆਂ ਭੈਣਾਂ ਹੈ ਅਗਰ ਉਹ ਕੋਈ ਬਿਮਾਰ ਹੋ ਜਾਂਦਾ ਉਹਨੂੰ ਹੱਥ ਲਾਉਂਦਿਆਂ ਤੇਰੀ ਹਾਲਤ ਵਿਗੜ ਜਾਂਦੀ ਹੈਗੀ ਆ, ਕਿੱਡੀ ਸ਼ਰਮ ਦੀ ਗੱਲ ਹੈਗੀ ਆ। ਇਸ ਤਰ੍ਹਾਂ ਕਰਦੇ ਭਾਈ ਸਾਹਿਬ ਹੁਣਾਂ ਨੇ ਉਸ ਡਾਕਟਰ ਨੂੰ ਬੜੀ ਡਾਂਟ ਝਾੜ ਪਾਈ। ਉਹ ਡਾਕਟਰ ਸਾਹਿਬ ਹੁਣ ਦੇਖੋ ਕੋਈ ਜਵਾਬ ਨਹੀਂ ਸੀ, ਉਹ ਚੁੱਪ ਕੀਤੇ ਰਹੇ। ਜਦ ਚੁੱਪ ਕੀਤੇ ਰਹੇ ਤਾਂ ਫਿਰ ਡਾਕਟਰ ਸਾਹਿਬ ਨੇ ਜਦ ਭਾਈ ਸਾਹਿਬ ਡਾਂਟ ਸਾਰੀ ਜਿਹੜੀ ਸੀਗੀ ਉਹ ਮਾਰ ਕੇ ਬੈਠ ਗਏ, ਅਤੇ ਡਾਕਟਰ ਸਾਹਿਬ ਨੇ ਜਾਣ ਦੀ ਇਜਾਜ਼ਤ ਮੰਗੀ। ਇਜਾਜ਼ਤ ਮੰਗੀ ਅਤੇ ਭਾਈ ਸਾਹਿਬ ਹੁਣੀ ਕੁਛ ਨਹੀਂ ਬੋਲੇ, ਇਸ਼ਾਰਾ ਕੀਤਾ ਕਿ ਤੁਸੀਂ ਜਾਓ। ਉਸ ਤੋਂ ਬਾਅਦ ਜਦ ਡਾਕਟਰ ਸਾਹਿਬ ਥੋੜ੍ਹਾ ਜਿਹਾ ਹਜੇ ਦਫ਼ਤਰ ਤੋਂ ਬਾਹਰ ਹੀ ਗਏ, ਅਤੇ ਪਿੱਛੋਂ ਹੈ ਨਾ ਭਾਈ ਸਾਹਿਬ ਨੇ ਇੱਕ ਆਪਣਾ ਜਿਹੜਾ ਸੀ ਨੌਕਰ ਭੇਜ ਦਿੱਤਾ ਕਿ ਭਾਈ ਡਾਕਟਰ ਸਾਹਿਬ ਨੂੰ ਵਾਪਸ ਬੁਲਾ ਕੇ ਲੈ ਕੇ ਆ। ਜਦ ਉਹ ਨੌਕਰ ਜਿਹੜਾ ਸੀਗਾ ਡਾਕਟਰ ਸਾਹਿਬ ਤੋਂ ਗਿਆ, ਉਹਨੂੰ ਆਖਿਆ ਕਿ ਤੈਨੂੰ ਭਾਈ ਸਾਹਿਬ ਹੁਣੀ ਯਾਦ ਕੀਤਾ, ਦੁਬਾਰਾ ਦਫ਼ਤਰ ਸੱਦਿਆ ਹੈਗਾ। ਉਹ ਡਾਕਟਰ ਸਾਹਿਬ ਫਿਰ ਭਾਈ ਸਾਹਿਬ ਹੁਣਾਂ ਦੇ ਦਫ਼ਤਰ 'ਚ ਆਏ। ਜਦ ਦਫ਼ਤਰ 'ਚ ਆਏ ਤਾਂ ਭਾਈ ਸਾਹਿਬ ਜਿਹੜੇ ਸੀਗੇ ਅੱਗੇ ਨਾਲੋਂ ਬਹੁਤ ਨਿਮਰਤਾ ਭਾਵ 'ਚ ਆ ਕੇ ਕਹਿਣ ਲੱਗੇ, ਕਹਿੰਦੇ ਹਾਂ ਕਿਤੇ ਮੈਂ ਇਹੋ ਜਿਹੇ ਤਲਖੀ ਦੇ ਬੋਲ ਜਿਹੜੇ ਆ ਉਹ ਬੋਲ ਦਿੰਦਾ ਹੈਗਾ, ਇਸ ਗੱਲ ਦਾ ਗੁੱਸਾ ਨਹੀਂ ਕਰਨਾ, ਕਿਉਂਕਿ ਇਹ ਤਲਖੀ ਦੇ ਬੋਲ ਮੈਂ ਉਦੋਂ ਬੋਲਦਾ ਹੈਗਾ ਜਦੋਂ ਮੈਂ ਕਿਸੇ ਪ੍ਰਾਣੀ ਨੂੰ ਆਪਣਾ ਸਮਝਦਾ ਹੈਗਾ, ਕਿਉਂਕਿ ਜਿਹੜਾ ਗੁੱਸਾ ਗਿਲਾ ਹੁੰਦਾ ਉਹ ਆਪਣਿਆਂ 'ਤੇ ਹੁੰਦਾ, ਪਰਾਇਆਂ 'ਤੇ ਨਹੀਂ ਹੁੰਦਾ ਹੈ। ਇਸ ਕਰਕੇ ਮੇਰੇ ਕੋਲ ਇਹ ਬੋਲ ਜਿਹੜੇ ਆ ਉਹ ਬੇਵਜ੍ਹਾ ਹੀ ਬੋਲੇ ਜਾਂਦੇ ਆ। ਉਸ ਤੋਂ ਬਾਅਦ ਫਿਰ ਭਾਈ ਸਾਹਿਬ ਕਹਿਣ ਲੱਗੇ, ਹਾਂ ਮੈਂ ਤੇਰੀ ਗੱਲ ਜਿਹੜੀ ਆ ਸੁਣੀ ਆ, ਅਤੇ ਇਹਦੇ ਉੱਤੇ ਜਿਹੜੀ ਮੈਂ ਵਿਚਾਰ ਵੀ ਕੀਤੀ ਆ, ਪਰ ਇਹਦਾ ਹੱਲ ਜਿਹੜਾ ਮੈਂ ਤੈਨੂੰ ਅੱਜ ਨਹੀਂ ਕੱਲ੍ਹ ਨੂੰ ਦਊਂਗਾ। ਤੂੰ ਕੱਲ੍ਹ ਹੈ ਨਾ ਮੇਰੇ ਦਫ਼ਤਰ ਦੇ ਵਿੱਚ ਜਾਂ ਮੇਰੇ ਕਮਰੇ ਦੇ ਵਿੱਚ ਆ ਜੀ, ਉਹ ਕਮਰਾ ਜਿੱਥੇ ਮੈਂ ਪੜ੍ਹਦਾ ਰੀਡਿੰਗ ਕਰਦਾ ਕਿਤਾਬਾਂ ਦੀ, ਉਸ ਕਮਰੇ 'ਚ ਆ ਜੀ। ਕਹਿੰਦੇ ਭਾਈ ਸਾਹਿਬ ਹੁਣਾਂ ਨੇ ਮੈਨੂੰ ਸਾਰੀ ਗੱਲ ਸਮਝਾਤੀ। ਡਾਕਟਰ ਸਾਹਿਬ ਕਹਿੰਦੇ ਅਸੀਂ ਬੜੇ ਪ੍ਰਸੰਨ ਹੋਏ। ਅਗਲੇ ਦਿਨ ਸਿੱਧੇ ਅਸੀਂ ਭਾਈ ਸਾਹਿਬ ਦੇ ਉਸ ਕਮਰੇ ਲਾਇਬ੍ਰੇਰੀ 'ਚ ਚਲੇ ਗਏ ਜਿੱਥੇ ਭਾਈ ਸਾਹਿਬ ਬੈਠ ਕੇ ਧਾਰਮਿਕ ਪੁਸਤਕਾਂ ਦਾ ਅਧਿਐਨ ਕਰਦੇ ਹੁੰਦੇ ਸੀ ਜਾਂ ਹੋਰ ਪੁਸਤਕਾਂ ਪੜ੍ਹਦੇ ਹੁੰਦੇ ਸੀ। ਕਹਿੰਦੇ ਜਦੋਂ ਅਸੀਂ ਗਏ ਅਸੀਂ ਕੀ ਦੇਖਿਆ, ਕਮਰੇ ਦਾ ਦਰਵਾਜ਼ਾ ਬੰਦ ਸੀਗਾ ਅਤੇ ਅੰਦਰ ਪਰਦਾ ਲੱਗਾ ਸੀਗਾ। ਕਹਿੰਦੇ ਅਸੀਂ ਕੀ ਕੀਤਾ, ਉਸ ਜਦ ਕਮਰੇ ਦੇ ਦਰਵਾਜ਼ੇ ਕੋਲ ਪਹੁੰਚੇ ਅਤੇ ਕਹਿੰਦੇ ਵੀ ਉਹ ਜਿਹੜਾ ਦਰਵਾਜ਼ਾ ਸੀ ਥੋੜ੍ਹਾ ਖੁੱਲ੍ਹਾ ਸੀ, ਅੰਦਰ ਪੜਦਾ ਸੀ, ਅਤੇ ਡਾਕਟਰ ਸਾਹਿਬ ਕਹਿਣ ਲੱਗੇ ਜਿਉਂ ਹੀ ਅਸੀਂ ਜਿਹੜਾ ਪੜਦਾ ਸੀਗਾ ਉਸ ਕਮਰੇ ਦਾ ਜਦ ਚੱਕਿਆ ਅਤੇ ਕਹਿੰਦੇ ਅਸੀਂ ਕੀ ਦੇਖਿਆ, ਭਾਈ ਸਾਹਿਬ ਹੁਣੀ ਜਿਹੜੇ ਆ ਉਹ ਕੋਈ ਪੋਥੀ ਜਿਹੜੀ ਆ ਉਸ ਦੀਆਂ ਕੁਛ ਕਵਿਤਾਵਾਂ ਜਿਹੜੀਆਂ ਉਹ ਉੱਚੀ ਗੁਣਗੁਣਾ ਰਹੇ ਕਿਸੇ ਰਸਤੇ ਵਿੱਚ। ਜਦੋਂ ਪੜ੍ਹ ਰਹੇ ਆ ਅਤੇ ਕਹਿੰਦੇ ਸਾਹਮਣੇ ਕੁਰਸੀ ਦੇ ਉੱਤੇ
ਭਗਵਾਨ ਕ੍ਰਿਸ਼ਨ ਦੀ ਕਹਿੰਦੇ ਵੀ ਸਾਨੂੰ ਸਰੂਪ ਦਿਸਿਆ। ਭਗਵਾਨ ਕ੍ਰਿਸ਼ਨ ਦੇ ਦਰਸ਼ਨ ਹੋਏ, ਕਿਵੇਂ ਮੁਕਟ ਲੱਗਾ ਹੈਗਾ ਅਤੇ ਮੁਸਕਰਾ ਰਹੇ ਆ। ਅਤੇ ਭਾਈ ਸਾਹਿਬ ਹੁਣੀ ਜੋ ਪੜ੍ਹਦੇ ਹਨ ਉਸ ਨੂੰ ਬੜੇ ਧਿਆਨ ਦੇ ਨਾਲ ਸੁਣ ਰਹੇ ਆ। ਇਹ ਦ੍ਰਿਸ਼ ਡਾਕਟਰ ਸਾਹਿਬ ਦੱਸਦੇ ਸੀ, ਅਸੀਂ ਜਿਉਂ ਹੀ ਦੇਖਿਆ ਹਨ, ਕਹਿੰਦੇ ਵੀ ਸਾਡੇ ਹੋਸ਼ ਉੱਪਰਲੇ ਦੇ ਉੱਪਰ ਲੈ ਗਏ, ਥੱਲੜੇ ਦੇ ਥੱਲੇ ਰਹਿ ਗਏ ਵੀ ਆਹ ਕੀ। ਉਹ ਫਿਰ ਡਾਕਟਰ ਸਾਹਿਬ ਕਹਿਣ ਲੱਗੇ ਸਾਡੀ ਹਿੰਮਤ ਨਹੀਂ ਪਈ ਵੀ ਅਸੀਂ ਕਮਰੇ ਦੇ ਵਿੱਚ ਅੰਦਰ ਚਲੇ ਜਾਈਏ। ਉਹਨਾਂ ਪੈਰਾਂ ਵਾਪਸ ਹੀ ਕਹਿੰਦੇ ਅਸੀਂ ਵਾਪਸ ਆ ਗਏ। ਅਤੇ ਜਿਹੜੇ ਭਾਈ ਸਾਹਿਬ ਦੇ ਮਿੱਤਰ ਸੀ ਜਿਨ੍ਹਾਂ ਨੇ ਭਾਈ ਸਾਹਿਬ ਉਹਨਾਂ ਦੇ ਪਾਸ ਮੈਨੂੰ ਭੇਜਿਆ ਸੀ, ਕਹਿੰਦੇ ਮੈਂ ਉਹਨਾਂ ਦੇ ਪੈਰਾਂ 'ਤੇ ਡਿੱਗ ਕੇ ਨਾ ਜ਼ਾਰ ਰੋਣ ਲੱਗ ਪਿਆ। ਜਦ ਰੋਣ ਲੱਗ ਪਿਆ ਕਹਿੰਦੇ ਭਾਈ ਸਾਹਿਬ ਦੇ ਮਿੱਤਰ ਮੈਨੂੰ ਕਹਿਣ ਲੱਗੇ ਹਾਂ ਡਾਕਟਰ ਸਾਹਿਬ ਕੀ ਗੱਲ ਹੋਈ। ਕਹਿੰਦੇ ਫਿਰ ਡਾਕਟਰ ਸਾਹਿਬ ਉਹਨਾਂ ਨੇ ਰੋਂਦੇ ਉਹਨਾਂ ਨੂੰ ਦੱਸਿਆ ਕਿ ਮੈਂ ਭਾਈ ਸਾਹਿਬ ਦੇ ਕਮਰੇ 'ਚ ਗਿਆ ਅਤੇ ਕਮਰੇ ਦੇ ਵਿੱਚ ਉੱਥੇ ਕ੍ਰਿਸ਼ਨ ਭਗਵਾਨ ਦੇ ਪ੍ਰਤੱਖ ਮੈਨੂੰ ਦਰਸ਼ਨ ਹੋਏ ਆ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਵੀ ਉਹ ਜਿਹੜੇ ਸੀ ਕੁਛ ਹੈਰਾਨ ਵੀ ਹੋਏ, ਪ੍ਰਸੰਨ ਵੀ ਹੋਏ ਅਤੇ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਹੋ ਸਕਦਾ ਤੈਨੂੰ ਭੁਲੇਖਾ ਲੱਗਾ ਹੋਵੇ, ਤੂੰ ਦੁਬਾਰਾ ਜਾ। ਜਦ ਕਹਿੰਦੇ ਇੰਨੀ ਗੱਲ ਹੋਈ ਡਾਕਟਰ ਸਾਹਿਬ ਕਹਿੰਦੇ ਮੈਂ ਦੁਬਾਰਾ ਗਿਆ। ਜਦ ਦੁਬਾਰਾ ਗਿਆ, ਜਦੋਂ ਭਾਈ ਸਾਹਿਬ ਉਹਨਾਂ ਦੇ ਉਸ ਲਾਇਬ੍ਰੇਰੀ ਕਮਰੇ 'ਚ ਪਹੁੰਚਿਆ, ਪਹਿਲੇ ਦੀ ਤਰ੍ਹਾਂ ਜਿਹੜਾ ਦਰਵਾਜ਼ਾ ਸੀਗਾ ਕੁਛ ਬੰਦ ਸੀਗਾ ਲੇਕਿਨ ਮੂਹਰੇ ਪੜਦਾ ਸੀ। ਅਤੇ ਡਾਕਟਰ ਸਾਹਿਬ ਕਹਿੰਦੇ ਜਿਉਂ ਹੀ ਮੈਂ ਪੜਦਾ ਚੱਕਿਆ ਅਤੇ ਮੈਂ ਕੀ ਦੇਖਿਆ, ਵਾਕਿਆ ਹੀ ਭਾਈ ਸਾਹਿਬ ਹੁਣੀ ਜਿਹੜੇ ਆ ਉਹ ਕਿਤਾਬਾਂ ਦੇ ਉੱਤੋਂ ਜਿਹੜੀ ਆ ਆਪਣੀ ਸਰਚ ਕਰ ਰਹੇ, ਕੁਛ ਪੜ੍ਹ ਰਹੇ ਆ। ਅਤੇ ਇੱਕ ਕਿਤਾਬ ਕਹਿੰਦੇ ਵੀ ਉਸੇ ਤਰ੍ਹਾਂ ਕ੍ਰਿਸ਼ਨ ਭਗਵਾਨ ਹੁਣੀ ਵੀ ਕੁਰਸੀ 'ਤੇ ਬੈਠੇ ਆ ਅਤੇ ਇੱਕ ਕਿਤਾਬ ਜਿਹੜੀ ਭਾਈ ਸਾਹਿਬ ਦੀ ਲਿਖੀ ਆ ਅਤੇ ਕਹਿੰਦੇ ਉਹਦੇ ਪੱਤਰੇ ਬਾਜ ਰਹੇ ਆ। ਕਹਿੰਦੇ ਜਦੋਂ ਮੈਂ ਦੂਸਰੀ ਵਾਰ ਦੇਖਿਆ ਮੈਂ ਹੈਰਾਨ ਹੋ ਗਿਆ ਵੀ ਇਹ ਕਿਵੇਂ ਹੋ ਗਿਆ। ਇਹ ਤਾਂ ਭਾਈ ਸਾਹਿਬ ਹੁਣੀ ਤਾਂ ਪੱਤਰੇ ਬਾਜ ਰਹੇ ਆ ਅਤੇ ਕ੍ਰਿਸ਼ਨ ਭਗਵਾਨ ਸਾਹਿਬ ਵੀ ਉਹਨਾਂ ਦੀ ਜਿਹੜੀ ਕਿਤਾਬ ਆ ਉਹਦੇ ਪੱਤਰੇ ਬਾਜ ਰਹੇ ਆ। ਕਹਿੰਦੇ ਵੀ ਮੈਨੂੰ ਆਪਸ ਵਿੱਚ ਆਵੇ ਕਿਤੇ ਮੈਂ ਇਹ ਸੁਪਨਾ ਤਾਂ ਨਹੀਂ ਗਾ, ਜੇ ਇਸ ਸੁਪਨੇ ਦੇ ਵਿੱਚ ਮੈਂ ਸਾਰੀ ਚੀਜ਼ ਦੇਖਦਾ ਹੈਗਾ, ਕਿਤੇ ਉਹੀ ਗੱਲ ਨਾ ਵੀ ਸੁਪਨਾ ਹੋਵੇ ਅਤੇ ਮੈਂ ਸੁਪਨੇ ਤੋਂ ਬਾਹਰ ਆ ਜਾਵਾਂ। ਫਿਰ ਡਾਕਟਰ ਸਾਹਿਬ ਕਹਿੰਦੇ ਆ ਕਿ ਮੈਂ ਆਪਣੇ ਸਰੀਰ ਦੇ ਉੱਤੇ ਬਹੁਤ ਚੁੰਡੀਆਂ ਵੱਢੀਆਂ ਜ਼ੋਰ ਦੇ ਨਾਲ, ਅਤੇ ਤਾਂ ਜੋ ਮੈਂ ਪੂਰੀ ਤਰ੍ਹਾਂ ਚੇਤਨ ਅਵਸਥਾ 'ਚ ਆ ਜਾਵਾਂ। ਕਹਿੰਦੇ ਚੁੰਡੀਆਂ ਚਾਂਡੀਆਂ ਕਾਫੀ ਵੱਡੀਆਂ ਅਤੇ ਮੇਰੇ ਕਹਿੰਦੇ ਸਰੀਰ ਦੇ ਉੱਤੇ ਕਹਿੰਦੇ ਦਰਦ ਵੀ ਸਭ ਕੁਛ ਹੋਇਆ। ਤੀਸਰੀ ਵਾਰ ਕਹਿੰਦੇ ਫਿਰ ਮੈਂ ਦੁਬਾਰਾ ਜਿਹੜੀ ਸੀ ਝਾਕੀ ਜਿਹੜੀ ਸੀ ਉਹ ਮਾਰਨ ਵਾਸਤੇ ਜਦੋਂ ਦੁਬਾਰਾ ਕਮਰੇ 'ਚ ਪੜਦਾ ਚੱਕਿਆ ਅਤੇ ਮੈਂ ਕੀ ਦੇਖਿਆ, ਕਹਿੰਦੇ ਕ੍ਰਿਸ਼ਨ ਭਗਵਾਨ ਜਿਹੜੇ ਸੀਗੇ ਉਹ ਕਹਿੰਦੇ ਬਾਂਸਰੀ ਵਜਾ ਰਹੇ ਸੀ ਅਤੇ ਭਾਈ ਸਾਹਿਬ ਅੱਖਾਂ ਮੀਟ ਕੇ ਜਿਹੜੇ ਸੀਗੇ ਉਹ ਕਿਸੇ ਅਲਾਹੀ ਧੁਨ ਨੂੰ ਇਉਂ ਲੱਗਦਾ ਸੀਗਾ ਜਿਵੇਂ ਸਰਵਣ ਕਰ ਰਹੇ ਹੋਣ। ਜਦ ਕਹਿੰਦੇ ਫਿਰ ਤੀਸਰੀ ਵਾਰੀ ਮੈਂ ਦਰਸ਼ਨ ਕੀਤੇ, ਬਸ ਫੇਰ ਕੀ ਸੀ। ਅਤੇ ਕਹਿੰਦੇ ਉਸ ਤੋਂ ਬਾਅਦ ਉਹ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਦੌੜ ਕੇ ਜਾ ਕੇ ਫਿਰ ਭਾਈ ਸਾਹਿਬ ਉਹਨਾਂ ਦੇ ਦੋਸਤ ਕੋਲ ਚਲਾ ਗਿਆ ਅਤੇ ਮੈਂ ਉਹਨੂੰ ਕਹਿ ਤਾ ਕਿ ਇਹ ਕੋਈ ਸੁਪਨਾ ਨਹੀਂ, ਬਿਲਕੁਲ ਹਕੀਕਤ ਹੈਗੀ ਆ। ਅਤੇ ਕ੍ਰਿਸ਼ਨ ਭਗਵਾਨ ਬੈਠੇ ਉੱਥੇ ਬਾਂਸਰੀ ਵਜਾ ਰਹੇ ਆ ਅਤੇ ਉਹਨਾਂ ਦੀ ਸੁਰ ਜਿਹੜੀ ਆ ਕਹਿੰਦੇ ਅੰਦਰ ਕਮਰੇ ਦੇ ਵਿੱਚ ਬਿਲਕੁਲ ਅਲਾਹੀ ਸੁਰ ਜਿਹੜੀ ਸੁਣਾਈ ਦੇ ਰਹੀ ਅਤੇ ਭਾਈ ਸਾਹਿਬ ਹੁਣੀ ਸੁਣ ਰਹੇ ਆ। ਕਹਿੰਦੇ ਜਦੋਂ ਇੰਨੀ ਗੱਲ ਹੋਈ ਅਤੇ ਡਾਕਟਰ ਸਾਹਿਬ ਕਹਿੰਦੇ ਹਜੇ ਮੈਂ ਗੱਲ ਹੀ ਕਰਦਾ ਸੀ ਅਤੇ ਮੈਂ ਕੀ ਦੇਖਿਆ, ਪਿੱਛੋਂ ਭਾਈ ਸਾਹਿਬ ਹੁਣੀ ਆਪਣੀ ਉਸ ਲਾਇਬ੍ਰੇਰੀ ਰੂਮ ਦੇ ਵਿੱਚੋਂ ਉੱਠ ਕੇ ਕਹਿੰਦੇ ਮੇਰੇ ਪਿੱਛੇ ਆ ਗਏ। ਆ ਕੇ ਕਹਿੰਦੇ ਉਹਨਾਂ ਨੇ ਵੀ ਇਹ ਗੱਲ ਜਿਹੜੀ ਸੀ ਮੈਨੂੰ ਕਹਿੰਦਿਆਂ ਨੇ ਸੁਣ ਲਈ ਅਤੇ ਭਾਈ ਸਾਹਿਬ ਹੁਣੀ ਕਹਿੰਦੇ ਜ਼ੋਰ ਦੀ ਹੱਸਣ ਲੱਗ ਪਏ। ਕਹਿੰਦੇ ਹੱਸਣ ਲੱਗ ਪਏ, ਕਹਿੰਦੇ ਮੈਂ ਬੜਾ ਹੈਰਾਨ ਹੋਇਆ ਅਤੇ ਭਾਈ ਸਾਹਿਬ ਹੁਣ ਦੇ ਚਰਨਾਂ 'ਚ ਡਿੱਗ ਪਿਆ ਅਤੇ ਪੁੱਛਿਆ ਭਾਈ ਸਾਹਿਬ ਜੋ ਮੈਂ ਦੇਖਿਆ ਕੀ ਇਹ ਸੱਚ ਆ। ਜਦ ਇੰਨੀ ਗੱਲ ਹੋਈ ਅਤੇ ਭਾਈ ਸਾਹਿਬ ਹੁਣਾਂ ਨੇ ਕਹਿੰਦੇ ਸਿਰ ਮਾਰਿਆ, ਕਹਿੰਦੇ ਹਾਂ ਇਹ ਬਿਲਕੁਲ ਸੱਚ ਹੈਗਾ, ਜੋ ਤੈਨੂੰ ਦੇਖਿਆ ਇਹ ਸੱਚ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਹੁਣ ਤੂੰ ਦੱਸ, ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲ ਗਿਆ। ਕਹਿੰਦੇ ਇੰਨੀ ਗੱਲ ਹੋਈ ਤਾਂ ਭਾਈ ਸਾਹਿਬ ਦੀ ਇਹ ਗੱਲ ਸੁਣ ਕੇ ਡਾਕਟਰ ਸਾਹਿਬ ਕਹਿੰਦੇ ਮੈਂ ਚੁੱਪ ਕਰ ਗਿਆ। ਪਰ ਜਿਉਂ ਹੀ ਕਹਿੰਦੇ ਮੈਂ ਆਪਣੇ ਆਪ ਨੂੰ ਫੀਲ ਕੀਤਾ ਔਰ ਇਸ ਤਰ੍ਹਾਂ ਕਹਿੰਦੇ ਮੈਂ ਆਪਣੇ ਆਪ ਨੂੰ ਹਲਕਾ ਫੁਲਕਾ ਮਹਿਸੂਸ ਕੀਤਾ ਜਿਵੇਂ ਪਾਣੀ ਦੀ ਤਹਿ ਦੇ ਉੱਤੇ ਕਮਲ ਦੀਆਂ ਜਿਹੜੀਆਂ ਪੱਤੀਆਂ ਹੈਗੀਆਂ ਕਹਿੰਦੇ ਉਹ ਤਰ ਰਹੀਆਂ ਹੋਣ। ਉਸ ਤੋਂ ਬਾਅਦ ਫਿਰ ਡਾਕਟਰ ਸਾਹਿਬ ਦੱਸਦੇ ਆ ਕਿ ਮੈਂ ਆਪਣੀ ਸਰਵਿਸ ਦੇ 5 ਸਾਲ ਜਿਹੜੇ ਆ ਉਸ ਹੋਸਪਿਟਲ ਵਿੱਚ ਪ੍ਰੈਕਟਿਸ ਅਤੇ ਨੌਕਰੀ ਦੇ ਕੀਤੇ ਆ। ਕਈ ਹਜ਼ਾਰਾਂ ਜਿਹੜੇ ਆ ਉਹ ਮਰੀਜ਼ ਆਏ ਆ ਅਤੇ ਗਏ ਆ, ਪਰ ਮਜਾਲ ਮੇਰੇ ਅੰਦਰ ਕਾਮ ਦਾ ਫੁਰਨਾ ਵੀ ਜਾਗਿਆ ਹੋਵੇ। ਇੰਨਾ ਸਰੀਰ ਸਹਿਜ ਵਿੱਚ, ਇੰਨਾ ਸ਼ਾਂਤ ਵਿੱਚ ਔਰ ਇੰਨਾ ਕਹਿੰਦੇ ਵੀ ਗੰਭੀਰ ਕਿਸੇ ਨਾ ਕਿਸੇ ਰਸ ਦੇ ਵਿੱਚ ਗੁੜਚ ਹੋਇਆ ਰਹਿੰਦਾ ਸੀਗਾ। ਉਸ ਤੋਂ ਬਾਅਦ ਫਿਰ ਕਹਿੰਦੇ ਵੀ ਭਾਈ ਸਾਹਿਬ ਹੁਣਾਂ ਨੇ 5 ਸਾਲਾਂ ਬਾਅਦ ਕਹਿੰਦੇ ਕੋਈ ਚੰਗਾ ਘਰਾਣਾ ਦੇਖ ਕੇ ਡਾਕਟਰ ਸਾਹਿਬ ਕਹਿੰਦੇ ਮੇਰੀ ਸ਼ਾਦੀ ਕੀਤੀ ਅਤੇ ਕਹਿੰਦੇ ਇਸ ਸ਼ਾਦੀ ਤੋਂ ਬਾਅਦ ਫਿਰ ਡਾਕਟਰ ਸਾਹਿਬ ਕਹਿੰਦੇ ਫਿਰ ਮੈਂ ਆਪਣਾ ਜਿਹੜਾ ਗ੍ਰਸਤ ਦਾ ਜੀਵਨ ਸੀਗਾ ਫਿਰ ਸ਼ੁਰੂ ਕੀਤਾ। ਸੋ ਐਸੀ ਕਹਿੰਦੇ ਕਿਰਪਾ ਸੀ ਭਾਈ ਸਾਹਿਬ ਜੀ ਦੇ ਅੰਦਰ ਕਿ ਉਹਨਾਂ ਦੇ ਦਰਸ਼ਨ ਮਾਤਰ ਦੇ ਨਾਲ ਹੀ ਕਹਿੰਦੇ ਵੀ ਇਹ ਜਿਹੜੀ ਸ਼ਕਤੀ ਜਿਸ ਨੂੰ ਮੈਂ ਜਿਤਨਾ ਸੰਭਵ ਸਮਝਦਾ ਸੀਗਾ ਕਿ ਮੈਂ ਸੰਭਵ ਹੋ ਗਈ। ਅੱਜ ਵੀ ਡਾਕਟਰ ਸਾਹਿਬ ਕਹਿੰਦੇ ਆ ਕਿ ਮੈਂ ਇਹ ਸੋਚ ਕੇ ਬੜਾ ਹੈਰਾਨ ਹਾਂ ਔਰ ਕਹਿੰਦੇ ਮੈਨੂੰ ਬਸ ਇਸ ਗੱਲ ਦਾ ਪਤਾ ਹੈ ਜਿਵੇਂ ਗੁਰਬਾਣੀ ਨੇ ਆਖਿਆ ਕਿ ਸਾਧ ਕੇ ਸੰਗ ਕੁਛ ਨਾਹੀ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ।
ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।